ਸਤਿਕਾਰਯੋਗ ਸਾਥੀਓ, ਪਿਛੜੇ ਅਤੇ ਲਤਾੜੇ ਹੋਏ ਸਮਾਜ ਨੂੰ ਇਨਸਾਨਾਂ ਵਿੱਚ ਸ਼ਾਮਲ ਕਰਾਉਣ ਲਈ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਦਿੱਤੀ। ਇਸੇ ਕਰਕੇ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਬਾਬਾ ਸਾਹਿਬ ਬਹੁਤ ਉਦਾਸ ਰਹਿਣ ਲੱਗ ਪਏ ਔਰ ਬਾਬਾ ਸਾਹਿਬ ਨੂੰ ਉਦਾਸੀ ਦਾ ਕਾਰਨ ਉਹਨਾਂ ਦੇ ਸੈਕਟਰੀ ਨਾਨਕ ਚੰਦ ਰੱਤੂ ਨੇ ਪੁੱਛਿਆ ਕਿ ਬਾਬਾ ਸਾਹਿਬ ਤੁਸੀਂ ਇੰਨੇ ਉਦਾਸ ਕਿਉਂ ਰਹਿੰਦੇ ਹੋ। ਬਾਬਾ ਸਾਹਿਬ ਨੇ ਦੱਸਿਆ ਕਿ ਪਹਿਲਾ ਕਾਰਨ ਇਹ ਹੈ ਕਿ 25 ਮਾਰਚ 1956 ਨੂੰ ਆਗਰਾ ਦੀ ਜਨ ਸਭਾ ਦੇ ਵਿੱਚ ਕਿਹਾ ਕਿ ਮੈਨੂੰ ਮੇਰੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ। ਉਹ ਦੂਸਰਾ ਕਾਰਨ ਬਰਾਬਰਤਾ ਲਈ ਮੇਰੇ ਵੱਲੋਂ ਚਲਾਏ ਗਏ ਸੰਘਰਸ਼ ਨੂੰ ਜੇਕਰ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਪਿੱਛੇ ਵੀ ਨਾ ਜਾਣ ਦੇਣਾ, ਕਿਉਂਕਿ ਬਾਬਾ ਸਾਹਿਬ ਤੋਂ ਬਾਅਦ ਇਸ ਮਿਸ਼ਨ ਨੂੰ ਅੱਗੇ ਤੋਰਨ ਵਾਲਾ ਕੋਈ ਵਿਅਕਤੀ ਬਾਬਾ ਸਾਹਿਬ ਨੂੰ ਦਿਖਾਈ ਨਹੀਂ ਸੀ ਦਿੰਦਾ। ਇਸ ਕਰਕੇ ਬਾਬਾ ਸਾਹਿਬ ਉਦਾਸ ਰਹਿੰਦੇ ਸਨ। ਗਾਂਧੀ ਅਤੇ ਉਸ ਦੀ ਟੀਮ ਦਾ ਕਾਂਗਰਸ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਕਿ ਅੰਬੇਡਕਰ ਕਿਸੇ ਵੀ ਹਾਲਤ ਵਿੱਚ ਸੰਵਿਧਾਨ ਸਭਾ ਵਿੱਚ ਨਹੀਂ ਪਹੁੰਚਣਾ ਚਾਹੀਦਾ। ਗਾਂਧੀ ਦੇ ਚੇਲਿਆਂ ਨੇ ਬਾਬਾ ਸਾਹਿਬ ਨੂੰ ਕਿਹਾ ਸੀ ਕਿ ਸੰਵਿਧਾਨ ਸਭਾ ਵਿੱਚ ਪਹੁੰਚਣ ਲਈ ਤਾਕੀਆਂ ਦਰਵਾਜ਼ੇ ਦਾ ਕੀ, ਅਸੀਂ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਹਨ। ਅਸੀਂ ਤੈਨੂੰ ਧਰਤੀ ਹੇਠ ਇੰਨਾ ਡੂੰਘਾ ਦੱਬ ਦਿਆਂਗੇ ਕਿ ਤੇਰਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ। ਬਾਬਾ ਸਾਹਿਬ ਦਾ ਜਵਾਬ ਸੀ ਕਿ ਮੈਂ ਇੱਕ ਬੀਜ ਹਾਂ ਔਰ ਜਿੰਨਾ ਡੂੰਘਾ ਤੁਸੀਂ ਮੈਨੂੰ ਦੱਬੋਗੇ ਮੈਂ ਉਨਾ ਹੀ ਮਜ਼ਬੂਤੀ ਨਾਲ ਪੁੰਗਰਾਂਗਾ। ਔਰ ਬਾਬਾ ਸਾਹਿਬ ਅੰਬੇਡਕਰ ਨੇ ਨਾਨਕ ਚੰਦ ਰੱਤੂ ਨੂੰ ਦੱਸਦੇ ਹੋਏ ਕਿਹਾ ਕਿ ਦੇਰ ਰਾਤ ਤੱਕ ਮੈਂ ਕਿਤਾਬਾਂ ਇਸ ਕਰਕੇ ਲਿਖਦਾ ਹਾਂ ਕਿ ਮੇਰੇ ਦੁਨੀਆ ਤੋਂ ਜਾਣ ਤੋਂ ਬਾਅਦ ਜਦੋਂ ਇਹ ਕਿਤਾਬਾਂ ਲੋਕਾਂ ਤੱਕ ਪਹੁੰਚਣਗੀਆਂ ਤਾਂ ਲੋਕ ਇਹਨਾਂ ਨੂੰ ਪੜ੍ਹ ਕੇ ਕ੍ਰਾਂਤੀ ਲਿਆ ਦੇਣਗੇ। ਔਰ 6 ਦਸੰਬਰ 1956 ਨੂੰ ਬਾਬਾ ਸਾਹਿਬ ਸਾਡੇ ਕੋਲੋਂ ਸਦਾ ਲਈ ਵਿਛੜ ਗਏ ਔਰ ਕਾਂਗਰਸ ਨੇ ਬਾਬਾ ਸਾਹਿਬ ਦੀ ਮਿਹਨਤ, ਤਪੱਸਿਆ, ਤਿਆਗ, ਸੰਘਰਸ਼, ਕੁਰਬਾਨੀ ਨੂੰ ਨਿਗਲਣ ਲੱਗਿਆਂ ਦੇਰ ਨਹੀਂ ਲਗਾਈ ਔਰ ਥੋੜ੍ਹੇ ਸਮੇਂ ਵਿੱਚ ਹੀ ਬਾਬਾ ਸਾਹਿਬ ਅੰਬੇਡਕਰ ਨੂੰ ਲੋਕਾਂ ਦੇ ਦਿਲ ਦਿਮਾਗ 'ਚੋਂ ਕੱਢਣ ਲਈ ਕਾਂਗਰਸ ਕਾਮਯਾਬ ਹੋ ਗਈ। ਬਾਬਾ ਸਾਹਿਬ ਦੀਆਂ ਲਿਖੀਆਂ ਕਿਤਾਬਾਂ ਵੀ ਲੋਕਾਂ ਦੀਆਂ ਅਲਮਾਰੀਆਂ ਵਿੱਚ ਹੀ ਬੰਦ ਹੋ ਗਈਆਂ, ਪਰ ਬਾਬਾ ਸਾਹਿਬ ਵੱਲੋਂ ਲਿਖੀ ਕਿਤਾਬ ਜਾਤ ਪਾਤ ਦਾ ਬੀਜਨਾਸ਼ ਚਮਤਕਾਰੀ ਢੰਗ ਤਰੀਕਿਆਂ ਨਾਲ ਪੂਨੇ ਵਿਖੇ ਪੰਜਾਬ ਦੇ ਸੋਹਣੇ ਸੁਨੱਖੇ ਗੋਰੇ ਚਿੱਟੇ ਉੱਚੇ ਲੰਮੇ ਮਜ਼ਬੂਤ ਸਰੀਰ ਦੇ ਮਾਲਕ ਸਾਇੰਸਦਾਨ ਨੌਕਰੀ ਕਰਨ ਵਾਲੇ 30-32 ਸਾਲਾਂ ਦੇ ਗੱਭਰੂ ਕੋਲ ਮਾਨੇਵਰ ਦੀਨਾ ਭਾਨਾ ਜੀ ਰਾਹੀਂ ਪਹੁੰਚ ਗਈ। ਕਿਉਂਕਿ ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਜਿਸ ਫੈਕਟਰੀ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਕੰਮ ਕਰਦੇ ਸਨ ਉੱਥੇ ਹੀ ਦੀਨਾ ਭਾਨਾ ਜੀ ਕੰਮ ਕਰਦੇ ਸਨ ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀ ਛੁੱਟੀ ਨਾ ਕਰਕੇ ਦੀਨਾ ਭਾਨਾ ਜੀ ਨੇ ਹੜਤਾਲ ਕਰ ਦਿੱਤੀ ਸੀ। ਔਰ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਨੂੰ ਪਤਾ ਲੱਗਾ ਤਾਂ ਸਾਹਿਬ ਕਾਂਸ਼ੀ ਰਾਮ ਜੀ ਦੀਨਾ ਭਾਨਾ ਜੀ ਦੇ ਨਾਲ ਹੋ ਗਏ ਔਰ ਦੀਨਾ ਭਾਨਾ ਜੀ ਨੇ ਉਹ ਕਿਤਾਬ ਦਿੱਤੀ ਬਾਬਾ ਸਾਹਿਬ ਦੀ ਜੋ ਜਾਤ ਪਾਤ ਦਾ ਬੀਜਨਾਸ਼ ਸੀ। ਔਰ ਉਸ ਕਿਤਾਬ ਨੂੰ ਸਾਹਿਬ ਕਾਂਸ਼ੀ ਰਾਮ ਜੀ ਨੇ ਇੱਕ ਰਾਤ ਦੇ ਵਿੱਚ 3-4 ਵਾਰੀ ਪੜ੍ਹਨ ਤੋਂ ਬਾਅਦ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਤਾਬ ਪੜ੍ਹਨ ਤੋਂ ਬਾਅਦ ਜਿਹੜੀ ਕ੍ਰਾਂਤੀ ਮਹਿਸੂਸ ਕੀਤੀ ਔਰ ਖੜੀ ਕੀਤੀ, ਅੱਜ ਦੁਨੀਆ ਉਸ ਦੀ ਗਵਾਹੀ ਦੇ ਰਹੀ ਹੈ। ਪੰਜਾਬ ਬੈਠੀ ਮਾਂ, ਬਜ਼ੁਰਗ ਮਾਂ ਔਰ ਘਰਦਿਆਂ ਨੂੰ ਪੂਨੇ ਵਿੱਚ ਨੌਕਰੀ ਕਰ ਰਹੇ ਪੁੱਤ ਦੇ ਵਿਆਹ ਦੀਆਂ ਰੀਤੀ ਰਿਵਾਜਾਂ ਅਨੁਸਾਰ ਤਿਆਰੀਆਂ ਵਿੱਚ ਲੱਗੀ ਹੋਈ ਸੀ, ਕਿਉਂਕਿ ਕਾਂਸ਼ੀ ਰਾਮ ਜੀ ਬਲਾਚੌਰ ਮੰਗੇ ਹੋਏ ਸਨ ਮੂਲਾ ਸਿੰਘ ਦੇ ਘਰ ਔਰ ਪੁੱਤ ਲਈ ਸਿਹਰਾ ਤਿਆਰ ਕਰ ਰਹੀ ਸੀ। ਪਰ ਜਦੋਂ ਸਾਹਿਬ ਵੱਲੋਂ ਲਿਖਿਆ ਖਤ 24 ਸਫ਼ਿਆਂ ਦਾ ਖਤ ਮਾਂ ਬਾਪ ਨੇ ਪੜ੍ਹਿਆ ਤਾਂ ਘਰ ਵਿੱਚ ਸਨਾਟਾ ਛਾ ਗਿਆ, ਕਿਉਂਕਿ ਖਤ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਲਿਖਿਆ ਸੀ ਕਿ ਮੈਂ ਸਾਰੀ ਜ਼ਿੰਦਗੀ ਬਾਬਾ ਸਾਹਿਬ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਾਂਗਾ ਔਰ ਮੈਂ ਵਿਆਹ ਨਹੀਂ ਕਰਾਵਾਂਗਾ, ਮੈਂ ਘਰ ਨਹੀਂ ਆਵਾਂਗਾ, ਮੈਂ ਕੋਈ ਜਾਇਦਾਦ ਨਹੀਂ ਬਣਾਵਾਂਗਾ। ਤਾਂ ਮਾਂ ਬਾਪ ਅਤੇ ਰਿਸ਼ਤੇਦਾਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਹ ਨੌਜਵਾਨ ਟਸ ਤੋਂ ਮਸ ਨਾ ਹੋਇਆ। ਜਿਵੇਂ ਬਾਬਾ ਸਾਹਿਬ ਅੰਬੇਡਕਰ ਖੁਦ ਸਾਹਿਬ ਕਾਂਸ਼ੀ ਰਾਮ ਵਿੱਚ ਸਮਾ ਗਏ ਹੋਣ। ਸਾਹਿਬ ਨੇ ਨਾ ਦਿਨ ਦੇਖਿਆ, ਨਾ ਰਾਤ, ਨਾ ਧੁੱਪ ਦੇਖੀ, ਨਾ ਛਾਂ, ਨਾ ਗਰਮੀ ਦੇਖੀ, ਨਾ ਸਰਦੀ, ਨਾ ਪੈਰੀਂ ਟੁੱਟੀ ਚੱਪਲ ਦੇਖੀ, ਨਾ ਫਟਿਆ ਕੁੜਤਾ, ਨਾ ਭੁੱਖ ਦੇਖੀ, ਨਾ ਪਿਆਸ। ਬਸ ਚੱਲ ਪਏ, ਨਿਕਲ ਪਏ ਮਿਸ਼ਨ ਦੇ ਕੰਡਿਆਲੇ ਰਾਹ 'ਤੇ ਔਰ ਇਕੱਲੇ ਚੱਲੇ ਤਾਂ ਕਾਫਲਾ ਬਣਦਾ ਗਿਆ। ਸਾਹਿਬ ਨੇ ਬਾਬਾ ਸਾਹਿਬ ਅੰਬੇਡਕਰ ਦੇ ਪਹਿਲੇ ਦਰਦ ਕਿ ਮੈਨੂੰ ਮੇਰੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ,
ਨੂੰ ਮਹਿਸੂਸ ਕਰਕੇ ਉਸ ਦਰਦ ਨੂੰ ਦੂਰ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਮਾਨੇਵਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਦੇਸ਼ ਭਰ ਦੇ ਸਾਰੇ ਪੜ੍ਹੇ ਲਿਖੇ ਲੋਕਾਂ ਤੱਕ ਪਹੁੰਚ ਕਰਕੇ ਬਾਬਾ ਸਾਹਿਬ ਵੱਲੋਂ ਸਮਾਜ ਲਈ ਕੀਤੇ ਯੋਗਦਾਨ ਬਾਰੇ ਜਾਗਰੂਕ ਕਰਕੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਅਨੇਕਾਂ ਔਕੜਾਂ ਦੇ ਬਾਵਜੂਦ ਸਾਹਿਬ ਨਿਰੰਤਰ ਚੱਲਦੇ ਰਹੇ। ਸਾਹਿਬ ਦੀ ਮਿਹਨਤ ਰੰਗ ਲਿਆਉਣ ਲੱਗੀ। ਸਾਹਿਬ ਦੇ ਕੇਡਰ ਕੈਂਪਾਂ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੇ ਲੱਖਾਂ ਪੜ੍ਹੇ ਲਿਖੇ ਨੌਕਰੀ ਪੇਸ਼ਾ ਨੌਜਵਾਨ ਸਾਹਿਬ ਦੇ ਮਿਸ਼ਨ ਦਾ ਹਿੱਸਾ ਬਣਨ ਲੱਗੇ, ਜਿਨ੍ਹਾਂ ਵਿੱਚ ਡਾਕਟਰ, ਵਕੀਲ, ਜੱਜ, ਪਟਵਾਰੀ ਤੋਂ ਲੈ ਕੇ ਤਹਿਸੀਲਦਾਰ, ਸਿਪਾਹੀ ਤੋਂ ਲੈ ਕੇ DGP ਤੱਕ, ਇੰਜੀਨੀਅਰ, ਸਾਇੰਸਦਾਨ, ਫਿਲਾਸਫਰ, ਲੇਖਕ ਆਦਿ ਸਾਰੇ ਜੁੜਨ ਲੱਗੇ। ਸਾਹਿਬ ਹਰ ਕੰਮ ਸੋਚ ਸਮਝ ਕੇ ਯੋਜਨਾਬੱਧ ਤਰੀਕੇ ਨਾਲ ਕਰਦੇ ਸਨ। ਇਸੇ ਕਰਕੇ ਔਕੜਾਂ ਦੇ ਬਾਵਜੂਦ ਸਫਲਤਾ ਵੀ ਸਾਹਿਬ ਕਾਂਚੀ ਰਾਮ ਜੀ ਦੇ ਮਿਸ਼ਨ ਦਾ ਹਿੱਸਾ ਬਣਨ ਲੱਗੀ। ਦੇਸ਼ ਦੇ ਪੜ੍ਹੇ ਲਿਖੇ ਵਰਗ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਰੱਖਣ ਲਈ ਬਾਮਸੇਫ ਨਾਮ ਦੀ ਸੰਸਥਾ ਦਾ ਗਠਨ 6 ਦਸੰਬਰ 1978 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਬਾਬਾ ਸਾਹਿਬ ਨੇ ਸਮਰਪਿਤ ਕਰ ਦਿੱਤਾ। ਸਾਹਿਬ ਕਾਂਚੀ ਰਾਮ ਜੀ ਨੇ ਬਾਮਸੇਫ ਦੇ ਸਹਿਯੋਗ ਨਾਲ ਪੂਰੇ ਭਾਰਤ ਵਿੱਚ ਤਹਿਲਕਾ ਮਚਾ ਦਿੱਤਾ, ਪਰ ਬਾਮਸੇਫ ਦੇ ਸਾਥੀ ਸਰਕਾਰੀ ਮੁਲਾਜ਼ਮ ਹੋਣ ਕਰਕੇ ਸਰਕਾਰ ਦੀਆਂ ਗਲਤ ਪਾਲਿਸੀਆਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ। ਇਹ ਸੋਚ ਕੇ ਸਾਹਿਬ ਕਾਂਚੀ ਰਾਮ ਜੀ ਨੇ ਧਰਨੇ ਪ੍ਰਦਰਸ਼ਨ ਕਰਨ ਲਈ DS4 ਨਾਮ ਦੀ ਸੰਸਥਾ 6 ਦਸੰਬਰ 1981 ਨੂੰ ਹੀ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਤੇ ਬਣਾ ਦਿੱਤੀ। ਔਰ ਉਸ DS4 ਦਾ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਦਾ ਕੰਮ ਸੀ ਕਿ ਸਮਾਜ ਦੇ ਵਿੱਚ ਹੜਤਾਲਾਂ ਔਰ ਹੋਰ ਜੋ ਵੀ ਕਰਨਾ, ਸਮਾਜਿਕ ਲੋਕਾਂ ਨੂੰ ਜਾਗਰਤ ਕਰਨਾ ਸੀ। ਜਿੱਥੇ ਬਾਮਸੇਫ ਨੇ ਸਾਹਿਬ ਦੀ ਅੰਬੇਡਕਰ ਕ੍ਰਾਂਤੀ ਲਈ ਰੀੜ੍ਹ ਦੀ ਹੱਡੀ ਦਾ ਕੰਮ ਕੀਤਾ, ਕੋਲੋਂ ਪੈਸੇ ਦਿੱਤੇ, ਦਿਮਾਗ ਦਿੱਤਾ, ਉੱਥੇ DS4 ਦੇ ਨੌਜਵਾਨਾਂ ਨੇ ਧਰਨਿਆਂ, ਰੈਲੀਆਂ ਦੇ ਰੂਪ ਵਿੱਚ ਸਰਕਾਰਾਂ ਦੀ ਨੀਂਦ ਖਰਾਬ ਕਰ ਦਿੱਤੀ। ਸਾਹਿਬ ਕਾਂਚੀ ਰਾਮ ਜੀ ਕਹਿੰਦੇ ਸਨ ਕਿ ਸਾਨੂੰ ਮਜਬੂਰ ਸਰਕਾਰ ਚਾਹੀਦੀ ਹੈ, ਨਾ ਕਿ ਮਜ਼ਬੂਤ ਸਰਕਾਰ। ਔਰ ਸਾਹਿਬ ਕਾਂਚੀ ਰਾਮ ਜੀ ਦੀ ਭਾਰਤ ਸਾਈਕਲ ਯਾਤਰਾ ਨੇ ਤਾਂ ਜਿਵੇਂ ਵਿਰੋਧੀਆਂ ਨੂੰ ਸੁੰਨ ਹੀ ਕਰ ਦਿੱਤਾ। ਕਈ ਹਜ਼ਾਰ ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਦੇ ਵਿੱਚ ਬਹੁਤ ਬੜਾ ਇਕੱਠ ਕੀਤਾ। ਔਰ ਬਾਬਾ ਸਾਹਿਬ ਅੰਬੇਡਕਰ ਦੀ ਦੂਸਰੀ ਨਿਰਾਸ਼ਾ ਸੀ ਕਿ ਮੇਰੇ ਵੱਲੋਂ ਕੀਤੇ ਗਏ ਸੰਘਰਸ਼ ਨੂੰ ਜੇ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਪਿੱਛੇ ਵੀ ਨਾ ਜਾਣ ਦਿਓ। ਔਰ ਬਾਬਾ ਸਾਹਿਬ ਦੀ ਇਸ ਨਿਰਾਸ਼ਾ ਨੂੰ ਦੂਰ ਕਰਨ ਲਈ ਸਾਹਿਬ ਕਾਂਚੀ ਰਾਮ ਜੀ ਨੇ ਲੋਕਾਂ ਵੱਲੋਂ ਮਿਲ ਰਹੇ ਹੰਗਾਰੇ ਨੂੰ ਦੇਖ ਕੇ ਰਾਜਨੀਤੀ ਵਿੱਚ ਉਤਰਨ ਦਾ ਫੈਸਲਾ ਕੀਤਾ ਅਤੇ ਬਾਬਾ ਸਾਹਿਬ ਦੇ ਜਨਮ ਦਿਨ ਤੇ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਬਣਾਈ BSP, ਜਿਹਦਾ ਚੋਣ ਨਿਸ਼ਾਨ ਹਾਥੀ ਸੀ, ਜੋ ਕਿ ਬਾਬਾ ਸਾਹਿਬ ਦਾ ਵੀ ਚੋਣ ਨਿਸ਼ਾਨ ਹਾਥੀ ਸੀ। ਤਾਂ ਬਾਬਾ ਸਾਹਿਬ ਦੇ ਜਨਮ ਦਿਨ ਤੇ ਇਹ ਤੋਹਫਾ ਦਿੱਤਾ ਔਰ ਸਾਹਿਬ ਕਾਂਚੀ ਰਾਮ ਵੱਲੋਂ ਦਿੱਤੇ ਨਾਅਰਿਆਂ ਨੇ ਜਨਤਾ ਵਿੱਚ ਅਲੱਗ ਹੀ ਜੋਸ਼ ਭਰ ਦਿੱਤਾ। ਹੁਣ ਸ਼ਹਿਰ ਦੇ ਬਾਜ਼ਾਰਾਂ ਤੋਂ ਲੈ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਸਾਹਿਬ ਕਾਂਚੀ ਰਾਮ ਜੀ ਦੀਆਂ ਗੱਲਾਂ ਹੋਣ ਲੱਗੀਆਂ। ਇੱਕ ਵੋਟ ਤੇ ਇੱਕ ਨੋਟ ਦੀ ਨੀਤੀ ਦੇ ਨਾਲ ਸਾਹਿਬ ਨੇ ਰਾਜਨੀਤੀ ਵਿੱਚ ਸਫਲਤਾ ਮਿਲਣ ਲੱਗੀ। ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਸਾਹਿਬ ਨੇ ਕਾਂਗਰਸ ਦਾ ਸਫਾਇਆ ਕਰ ਦਿੱਤਾ ਔਰ ਕਾਂਗਰਸ ਅਜੇ ਤੱਕ ਉੱਤਰ ਪ੍ਰਦੇਸ਼ ਵਿੱਚ ਹਟਕੋਰੇ ਲੈ ਰਹੀ ਹੈ। ਸਾਹਿਬ ਨੇ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦਾ ਸਫਾਇਆ ਕਰ ਦਿੱਤਾ, ਪਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਉਸ ਵੇਲੇ ਮਰਨ ਨਹੀਂ ਦਿੱਤਾ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਨਾਲ ਜੁੜੇ ਹੋਏ ਸਨ। ਔਰ ਇਸੇ ਉੱਤਰ ਪ੍ਰਦੇਸ਼ ਵਿੱਚ ਦੂਸਰੀਆਂ ਪਾਰਟੀਆਂ ਦੇ ਸਹਿਯੋਗ ਨਾਲ ਸਾਹਿਬ ਕਾਂਚੀ ਰਾਮ ਜੀ ਨੇ ਮਾਇਆਵਤੀ ਨੂੰ 3 ਵਾਰੀ ਮੁੱਖ ਮੰਤਰੀ ਬਣਾਇਆ ਔਰ ਸਾਹਿਬ ਕਾਂਚੀ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਲ ਨਾਲ ਜੋਤੀਬਾ ਫੂਲੇ, ਸਵਿਤਰੀ ਬਾਈ ਫੂਲੇ, ਛਤਰਪਤੀ ਸਾਹੂ ਜੀ, ਗਾਡਕੇ ਜੀ, ਪੈਰੀਅਰ ਜੀ, ਕਬੀਰ ਜੀ, ਸਤਿਗੁਰੂ ਰਵਿਦਾਸ ਜੀ, ਬੁੱਧ ਅਤੇ ਹੋਰ ਬਹੁਤ ਅੰਦੋਲਨਕਾਰੀ ਜਾਗਰੂਕ ਕਰਕੇ ਇੱਕ ਐਸਾ ਇਤਿਹਾਸ ਰਚ ਦਿੱਤਾ। ਵਾਲਮੀਕ ਸਾਹਿਬ ਜੀ ਔਰ ਸਾਹਿਬ ਕਾਂਚੀ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਕਾਫਲੇ ਨੂੰ ਅੱਗੇ ਲੈ ਕੇ ਜਾਣ ਲਈ ਆਪਣੀ ਉਮਰ ਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਭੈਣ ਕੁਮਾਰੀ ਮਾਇਆਵਤੀ ਨੂੰ ਬਾਬਾ ਸਾਹਿਬ ਦੇ ਇਸ ਮਿਸ਼ਨ ਦਾ ਜਾਨਸ਼ੀਨ ਐਲਾਨ ਦਿੱਤਾ। ਬਾਬਾ ਸਾਹਿਬ ਦੇ ਭਾਰਤ ਨੂੰ ਬੁੱਧਮਈ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਹਿਬ ਨੇ 14 ਅਕਤੂਬਰ 2006 ਨੂੰ ਬਾਬਾ ਸਾਹਿਬ ਦੇ 50 ਸਾਲਾਂ ਗੋਲਡਨ ਜੁਬਲੀ ਨੂੰ ਬੁੱਧ ਧੰਮ ਗ੍ਰਹਿਣ ਕਰਨ ਦੇ ਦਿਨ ਦੀ ਘੋਸ਼ਣਾ ਕਰ ਦਿੱਤੀ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਬੁੱਧ ਧੰਮ ਗ੍ਰਹਿਣ ਕਰਾਂਗਾ।
ਬਦਕਿਸਮਤੀ ਨਾਲ ਸਾਹਿਬ ਕਾਂਚੀ ਰਾਮ ਜੀ ਬਿਮਾਰ ਹੋਣ ਕਰਕੇ ਕੌਮਾ ਵਿੱਚ ਚਲੇ ਗਏ ਔਰ ਆਖਰਕਾਰ ਲੰਮੀ ਬਿਮਾਰੀ ਲਾ ਇਲਾਜ ਬਿਮਾਰੀ ਨਾਲ ਲੜਦੇ ਹੋਏ 9 ਅਕਤੂਬਰ 2006 ਨੂੰ ਸਾਹਿਬ ਕਾਂਚੀ ਰਾਮ ਜੀ ਇੱਕ ਯੁੱਗ ਪੁਰਸ਼ ਕਰੋੜਾਂ ਲੋਕਾਂ ਨੂੰ ਜਗਾ ਕੇ ਆਪ ਸਦਾ ਦੀ ਨੀਂਦ ਸੌਂ ਗਏ। ਔਰ ਸਾਹਿਬ ਕਾਂਚੀ ਰਾਮ ਜੀ ਦਾ ਜਨਮ 15 ਮਾਰਚ 1934 ਨੂੰ ਹੋਇਆ ਸੀ ਔਰ ਅੱਜ ਦੇ ਦਿਨ 9 ਅਕਤੂਬਰ 2006 ਨੂੰ 72 ਸਾਲ 6 ਮਹੀਨੇ 24 ਦਿਨ ਇਸ ਦੁਨੀਆ ਦੇ ਵਿੱਚ ਰਹਿ ਕੇ ਕਰੋੜਾਂ ਲੋਕਾਂ ਨੂੰ ਜਗਾ ਕੇ ਆਪ ਸਦਾ ਦੀ ਨੀਂਦ ਸੌਂ ਗਏ। ਤਾਂ ਅੱਜ ਮੈਂ ਸਾਹਿਬ ਕਾਂਚੀ ਰਾਮ ਜੀ ਦੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਉਹਨਾਂ ਨੂੰ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਔਰ ਸਾਨੂੰ ਸਾਹਿਬ ਕਾਂਚੀ ਰਾਮ ਜੀ ਨੂੰ ਭੁੱਲਣਾ ਨਹੀਂ ਚਾਹੀਦਾ। ਸਾਨੂੰ ਚਾਹੀਦਾ ਕਿ ਅਸੀਂ ਸਾਹਿਬ ਕਾਂਚੀ ਰਾਮ ਜੀ ਦੇ ਪੈਰੋਕਾਰ ਬਣੀਏ ਔਰ ਉਹਨਾਂ ਦੀ ਪਾਰਟੀ ਦੇ ਨਾਲ ਜੁੜੀਏ, ਉਹਨਾਂ ਦੇ ਮਿਸ਼ਨ ਦੇ ਨਾਲ ਜੁੜੀਏ ਔਰ ਆਪਣਾ ਰਾਜ ਲੈ ਕੇ ਆਈਏ, ਆਪਣੇ ਸਮਾਜ ਦਾ ਭਲਾ ਕਰੀਏ। ਜੈ ਭੀਮ ਕੇਵਲ ਸਿੰਘ।